ਜਦੋਂ ना जून 84 ਦੇ ਬਾਰੇ ਗੱਲ ਹੁੰਦੀ ਆ, ਉਹਦੇ ਵਿੱਚ ਜਿਹੜੇ ਸਾਡੇ ਆਗੂਆਂ ਦੇ, ਸਾਡੇ ਲੋਕ ਜਿਹੜੇ ਸਿਰ ਦੇ ਉੱਤੇ ਬੈਠੇ, ਜਿਹੜੇ ਇਸ ਨਾਂ ਤੇ ਰੋਟੀ ਖਾਂਦੇ ਆ, ਸਿੱਧੀ ਖਾਂਦੇ ਆ, ਚਾਹੇ ਕਿਸੇ ਨੂੰ ਖੁਸ਼ ਕਰਨ ਦੀ ਹੋੜ ਲੱਗੀ ਹੋਈ ਆ। ਜਿਹੜਾ ਜਾਗਰੂਕ ਲਾਣਾ ਨਾ, ਜਿਹੜੇ ਵਿਦਵਾਨ ਆ ਸਾਡੇ, ਪ੍ਰੋਫੈਸਰ ਦਰਸ਼ਨ ਸਿੰਘ ਵਾਲਾ ਲਾਣਾ, ਆ ਸਾਡੇ ਲੋਹਗੜ੍ਹ ਵਾਲੇ ਆ, ਧੁੰਦੇ ਹੋਣਾ ਦੇ ਬੰਦੇ, ਜਿੰਨੇ ਬੰਦੇ ਜਦੋਂ ਇਹ 84 ਦੇ ਹੱਕ ਵਿੱਚ, ਭਿੰਡਰਾਂ ਦੇ ਹੱਕ ਵਿੱਚ ਬੋਲਣ ਲੱਗਦੇ ਆ ਨਾ, ਹੋ ਸਕਦਾ ਸਿੱਧਾ ਅਗਰਾਹੀਆਂ ਕਰਕੇ ਸਿੱਧਾ ਜੁੜਨੇ ਦਾ ਇਹਨਾਂ ਦਾ ਮਕਸਦ ਨਾ ਹੋਵੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਕਿਸੇ ਨਾ ਕਿਸੇ ਵੱਡੀ ਧਿਰ ਨੂੰ ਖੁਸ਼ ਕਰਨਾ ਚਾਹੁੰਦੇ ਆ। ਜਦੋਂ ਇਹ ਗੱਲ ਕਰਦੇ ਆ, ਜਿਹੜੇ ਇਤਰਾਜ਼ ਕਰਦੇ ਆ, ਇਹ ਜਿਨ੍ਹਾਂ ਗੱਲਾਂ ਦੇ ਉੱਤੇ ਇਹ ਆਪਣੇ ਆਪ ਨੂੰ ਜਸਟੀਫਾਈ ਕਰਦੇ ਆ, ਉਸ ਐਕਸ਼ਨ ਨੂੰ, ਹੋਇਆ ਕੀ ਆ ਭਈ ਇੱਕ ਗਰੁੱਪ ਦਮਦਮੀ ਟਕਸਾਲ, ਜਿਹਦਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੈ, ਉਸ ਗਰੁੱਪ ਨੇ ਲੜਾਈ ਲੜੀ ਆ। ਸਾਨੂੰ ਸਾਰਿਆਂ ਨੂੰ ਪਤਾ ਪਈ ਹਥਿਆਰ ਚੱਕੇ ਗਏ ਆ। ਜਿੱਥੋਂ ਮਰਜ਼ੀ ਉਹਨੂੰ ਸ਼ੁਰੂ ਕਰ ਲਿਓ। ਜੇ ਤੁਸੀਂ ਹਥਿਆਰ ਚੱਕਣ ਤੋਂ ਸ਼ੁਰੂ ਕਰਨਾ ਆ ਤਾਂ ਸਿੱਧਾ ਆਰਗੂਮੈਂਟ ਆ ਵੀ ਉਸ ਸਟੇਟ ਦਾ ਬਣੂਗਾ ਕੀ, ਉਸ ਦੇਸ਼ ਦਾ ਬਣੂਗਾ ਕੀ, ਜਿੱਥੇ ਉੱਥੇ ਰਹਿਣੇ ਵਾਲੇ ਲੋਕ ਇਹ ਕਹਿੰਦੇ ਆ ਵੀ ਅਸੀਂ ਆਪਣੇ ਆਪ ਨਾਲ ਹੋਏ ਧੱਕੇ ਨੂੰ ਹਥਿਆਰ ਚੱਕ ਕੇ, ਆਪ ਜੱਜਮੈਂਟਲ ਹੋ ਕੇ, ਆਪ ਫੈਸਲਾ ਲੈ ਕੇ, ਆਪ ਦੋਸ਼ੀ ਨੂੰ ਸਜ਼ਾ ਦੇ ਕੇ ਮਸਲਾ ਹੱਲ ਕਰਨਾ ਆ। ਉਹ ਦੇਸ਼ ਰਹਿ ਸਕਦਾ। ਜੇ ਤੁਸੀਂ ਸਰਕਾਰ ਦੇ ਧੱਕਿਆਂ ਦੀ ਗੱਲ ਕਰਨੀ ਆ ਤਾਂ ਉਹਨੂੰ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਕਿਸੇ ਵੀ ਸਿਨਾਰੀਓ ਦੇ ਨਾਲ ਜਾ ਕੇ ਮਿਲ ਕੇ ਦੇਖ ਲਓ ਵੀ ਬਣਦਾ ਕੀ ਆ। ਤੁਹਾਨੂੰ ਲੱਗਣ ਲੱਗ ਪੈਣਾ ਵੀ ਸਾਡੇ ਨਾਲ ਸਰਕਾਰ ਨੇ ਬਹੁਤ ਰਹਿਤ ਕੀਤੀ ਆ। ਜੇ ਤੁਸੀਂ ਪੰਜਾਬ ਨਾਲ ਹੋਏ ਧੱਕੇ ਦੀ ਗੱਲ ਕਰਨੀ ਆ, ਜੇ ਤੁਸੀਂ ਅੰਗਰੇਜ਼ਾਂ ਵੱਲੋਂ ਸਾਨੂੰ ਖਾਲਿਸਤਾਨ ਨਾ ਦਿੱਤੇ ਜਾਣ ਵੇਲੇ ਉੱਥੇ ਧੱਕੇ ਦੀ ਗੱਲ ਕਰਨੀ ਆ, ਹਰੇਕ ਥਾਂ ਤੇ ਅਸੀਂ ਝੂਠੇ ਪੈਣਾ। ਕਿਉਂਕਿ 47 ਵੇਲੇ ਜੇ ਅਸੀਂ ਗੱਲ ਕਰਦੇ ਹਾਂ ਵੀ 1947 ਵੇਲੇ ਸਾਨੂੰ ਸਾਡਾ ਦੇਸ਼ ਨਹੀਂ ਦਿੱਤਾ ਗਿਆ ਤਾਂ ਅਸੀਂ ਹਥਿਆਰ ਚੱਕੇ ਆ, ਕੋਈ ਰਾਹ ਨਹੀਂ ਹੈਗਾ। ਫੈਸਲਾ ਹੋ ਗਿਆ। 47 ਤਾਂ ਬਹੁਤ ਲੇਟ ਵਿੱਚ ਵਾਪਰਿਆ। ਜਿਹੜਾ ਪੈਟਰੀਓਟਿਜ਼ਮ ਦਾ, ਰਾਸ਼ਟਰਵਾਦ ਦਾ, ਦੇਸ਼ ਭਗਤੀ ਦਾ ਭੂਤ ਆ, ਇਹ ਤਾਂ ਲੋਕਾਂ ਦੇ ਸਿਰਾਂ ਤੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਚੜ ਗਿਆ ਸੀ। 1850 ਤੋਂ ਬਾਅਦ ਤੁਸੀਂ ਸਾਰੇ ਯੂਰਪ ਨੂੰ ਦੇਖੋ, ਉਹਦਾ ਹੁਲੀਆ ਦੇਖੋ ਕਿਦਾਂ ਦਾ ਬਣਿਆ ਹੈ। ਭਾਸ਼ਾ ਦਾ ਰੌਲਾ ਤਾਂ ਉਦੋਂ ਦਾ ਯੂਗੋਸਲਾਵੀਆ, ਸਰਬੀਆ, ਬੋਸਨੀਆ, ਰੋਮਾਨੀਆ, ਉਹਨਾਂ ਦਾ ਝਗੜਾ ਜਿਹੜਾ ਤੁਰਕੀ ਦੇ ਨਾਲ ਆ, ਆਸਟਰੀਆ ਦੇ ਨਾਲ ਆ, ਕਾਹਦਾ ਆਇਆ? ਉਹ ਭਾਸ਼ਾ ਇਸੇ ਗੱਲ ਕਰਕੇ ਆ। ਹੁਣ ਜਿਹੜਾ ਸ਼ਾਸਕ ਆ, ਜਿਹੜਾ ਪ੍ਰਬੰਧ ਕਰ ਰਿਹਾ ਆ, ਜਿਹਨੇ ਕੰਟਰੋਲ ਕਰਨਾ ਆ, ਜਿਹੜਾ ਕਹਿੰਦਾ ਮੇਰੇ 'ਚ ਯੋਗਤਾ ਆ, ਉਹ ਹਰ ਹਿੱਲਾ ਵਰਤਦਾ। ਅਸੀਂ ਜੇ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ, ਪੰਜਾਬੀ ਸੂਬਾ ਬਣਾਉਣ ਦੀ ਗੱਲ ਕਰਦੇ ਹਾਂ, ਜੇ ਸਾਡੇ ਕੋਲ ਤਾਕਤ ਹੋਵੇ, ਜੇ ਅਸੀਂ ਸਰਕਾਰ ਦੇ ਮੂਹਰੇ ਆਪਣੇ ਬੋਲਣ ਦੀ, ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਹਦੇ ਬਰਾਬਰ ਜੇ ਸਾਡਾ ਸਿੱਖਾਂ ਦਾ ਰਾਜ ਹੋਵੇ, ਜਿੰਨਾ ਕੁਛ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੇਲੇ ਉਸ ਗਰੁੱਪ ਦੇ ਬੰਦਿਆਂ ਨੇ, ਸਿੱਖਾਂ ਨੇ, ਜਿੱਦਾਂ ਦੇ ਬਿਆਨ, ਜਿੱਦਾਂ ਦੀਆਂ ਗੱਲਾਂ, ਜਿੱਦਾਂ ਦੇ ਸਟੇਟ ਰਾਜ ਨੂੰ ਤੋੜਨ ਦੇ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਕੇ ਜਿੱਦਾਂ ਦੇ ਆਪਣੀ ਸਟੇਟਮੈਂਟਾਂ ਦਿੱਤੀਆਂ, ਜਿੱਦਾਂ ਦੇ ਬਿਆਨ ਦਿੱਤੇ ਆ, ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਦੇਖੋ, ਜੇ ਉੱਥੇ ਇੰਦਰਾ ਗਾਂਧੀ ਦੀ ਥਾਂ ਅਸੀਂ ਹੁੰਦੇ, ਸਾਡੇ ਚੋਂ ਅੱਜ ਜਿਹੜਾ ਇੱਥੇ ਨਿਊਜ਼ੀਲੈਂਡ 'ਚ ਸਾਡਾ ਮਸਲਾ ਹੋਇਆ ਮੇਰੇ ਹੱਥਾਂ ਬਾਹਾਂ ਦਾ, ਜੇ ਇਹ ਤਬਕਾ ਜਿਹੜਾ ਇਹਨਾਂ ਦਾ ਰਾਜ ਹੁੰਦਾ, ਉਸ ਵੇਲੇ ਕੋਈ ਬੰਦਾ ਇਦਾਂ ਸਰਕਾਰ, ਇਹਨਾਂ ਦੀ ਸਰਕਾਰ ਹੁੰਦੀ ਤੇ ਮੂਹਰੇ ਕੋਈ ਭਿੰਡਰਾਂਵਾਲੇ ਦੀ ਗੱਲ ਕਰੀਏ ਆਪਾਂ, ਇੱਕ ਬੱਸ ਫੜੀ ਗਈ ਆ ਤੇ ਉਹ ਕਹਿੰਦਾ ਵੀ ਜੇ ਸ਼ਾਮ ਤੱਕ ਬੱਸ ਨਾ ਛੱਡੀ ਤਾਂ 5000 ਹਿੰਦੂ ਵੱਢੂਗਾ। ਤਾਂ ਜੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਪਿੱਛੇ ਇੱਕ ਵੀਰ ਨੇ ਪੋਸਟ ਵੀ ਪਾਈ ਹੋਈ ਸੀ ਵੀ ਜਦੋਂ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਨਸ਼ਾ ਆਉਣ ਦੀ ਗੱਲ ਆਉਂਦੀ ਆ ਤਾਂ ਹਰ ਬੰਦਾ ਕਹਿੰਦਾ ਵੀ ਦੇਖੋ ਜੀ, ਜੇ ਸਰਕਾਰ ਨਾ ਚਾਹੇ ਤੇ ਨਸ਼ਾ ਆ ਕਿੱਦਾਂ ਜਾਵੇ ਅੰਦਰ, ਸਰਕਾਰ ਦੀ ਮਿਲੀ ਭੁਗਤ ਨਾਲ ਆ ਰਿਹਾ। ਤੇ ਭਾਈ 84 ਤੋਂ ਪਹਿਲਾਂ ਜੇ ਸਰਕਾਰ ਨਹੀਂ ਸੀ ਚਾਹੁੰਦੀ ਤੇ ਹਥਿਆਰ ਕਿੱਦਾਂ ਆ ਗਿਆ ਪੰਜਾਬ ਦੇ ਅੰਦਰ? ਸਰਕਾਰ ਦੀ ਮਿਲੀ ਭੁਗਤ ਨਾਲ ਆਏ ਆ। ਤੇ ਕੌਣ ਮਿਲਿਆ ਹੋਊਗਾ? ਵਿਰੋਧੀਆਂ ਨੇ ਕੀਤੇ ਆ। ਕਿ ਕਿਸੇ ਦੁਸ਼ਮਣ ਨੇ ਸਰਕਾਰ ਨਾਲ ਮਿਲ ਕੇ, ਮਤਲਬ ਤੀਜੀ ਧਿਰ ਨੇ, ਕਿਸੇ ਨੇ ਵੀ ਸਿੱਖ ਸਰਕਾਰ ਨਾਲ ਲੜ ਕੇ ਹੱਕ ਲੈਣਾ ਚਾਹੁੰਦੇ ਆ, ਕਿਸੇ ਤੀਜੀ ਧਿਰ ਨੇ ਸਰਕਾਰ ਨਾਲ ਮਿਲ ਕੇ ਹਥਿਆਰ ਛੱਡ ਦਿੱਤੇ ਪੰਜਾਬ 'ਚ। ਇਦਾਂ ਹੋਈ ਆ।
कि सिख बदनाम हो जाण, इदां होई है? नहीं ना। हुण जिहड़ा रौला पहली संसार जंग विच अगले कहंदे आ भी 13 लाख लगभग 13 लाख इंडियन हिंदुस्तान तो भारत तो फौजी जिहड़े आ वो इंग्लैंड दे हक दे विच जाके लड़े आ। 13 लाख इंडी बड़ी गिणती विच लोकां नूं उत्थे लिजा के इंग्लैंड दे हक विच लड़ाउण दे लई जिन्हां ने तैयार कीता लोकां नूं, उन्हां दे नाल उस सरकार ने वादे कीते सी। उदों नहीं, पहली संसार जंग तो बाद नहीं पुगाई गए। ਜਦੋਂ ਕਰਦਿਆਂ 1947 ਦੇ ਵਿੱਚ ਮੁਲਕ ਬਣਿਆ ਆ, ਸਾਡੇ ਆਗੂ ਸ਼ਾਇਦ ਗੈਰ ਹਾਜ਼ਰ ਰਹੇ ਹੋਣ, ਅਸੀਂ ਕਿਉਂ ਨਹੀਂ ਕਬੂਲਦੇ ਇਸ ਗੱਲ ਨੂੰ? ਜੇ ਅਸੀਂ ਕੰਪੈਰੀਟਿਵਲੀ ਸੰਸਾਰ ਨੂੰ ਦੇਖਣਾ ਆ, ਜੇ ਤੁਸੀਂ ਸੰਸਾਰ ਦੇ ਤਖਤੇ ਤੇ ਕਿਸੇ ਸਾਂਝੀ ਥਾਂ ਤੇ ਬੈਠ ਕੇ ਇਹ ਇਤਰਾਜ਼ ਕਰਨਾ ਆ ਤੇ ਸਾਡੇ ਨਾਲ, ਮੈਂ ਗੱਲ ਜਸਟੀਫਾਈ ਕਰਨ ਦੀ ਕਰਦਾ, ਤੇ ਅਸੀਂ ਹਥਿਆਰ ਚੱਕ ਕੇ ਲੜਨੇ ਵਾਲੀ ਲੜਾਈ ਨੂੰ ਕਿੱਦਾਂ ਜਸਟੀਫਾਈ ਕਰਾਂਗੇ ਜਦੋਂ ਅਸੀਂ ਘੱਟ ਗਿਣਤੀ ਹਾਂ? देश के प्रधानमंत्री का कतल हुंदा, उस तो बाद 30,000 बंदा असीं कहने कतल कर दिता। जदों आस्ट्रेलिया का प्रिंस उन्होंने सर्बिया के बंदे ने कतल किया सी, हुण जर्मनी आस्ट्रेलिया उन्होंने अतवादी दसदा सी कि अतवादी गिरोह सी। अगले जिन्हां दा देश है वह राष्ट्रवादी दसदे सी। उन्हें जदों कतल किया उहदा अंजाम पता की निकलिया? जर्मनी ने आस्ट्रेलिया नूं शह दित्ती आ भी जिहड़ा मर्जी फैसला ले ला, असीं तेरे पिछे आ। उन्होंने जहां जाके इन्हां नूं सर्बिया वालियां नूं धमकी दित्ती आ भी बंदा साडे ते हवाले कर दिओ, शर्तां कबूल लो, नहीं तां मलिया मेट कर देंगे। रशिया ने उन्हां नूं शह दित्ती आ भी जिद्दण तुहाडे ते किसी ने हवा भी इदां फूक भी मारी, मैं तबाह कर दूं उन्हां नूं। फ्रांस ने जाके रशिया नूं कहा आ भी जे तूं स्टैंड लै लवें तां असीं तेरे नाल आ। जे तुसीं अमेरिका की इकोनॉमी का हाल देखो भी 1914 चो संसार जंग लगी आ, 17 तक 3 सालां च किन्ने बिलियनां दे हथियार बेच के कित्थे तक इकोनॉमी नूं बूस्ट कीता उन्हें। एक गल्लों ते उन्हां दे उस देश दा प्रिंस कतल कर दिता, जिन्हां दे देश दा आगू जिहड़े ताकत विच आ। जदों इदां दा फैसला लैने आ कि सानूं 1914 तो वह घटना जिहड़ी उत्थे दी घटना है उहदे की सिट्टे निकले और किन्नियां ताकतां उहदे च इन्वॉल्व हो गईयां और उहदे सिट्टे वजों की कीता उन्हां ने साडे सामने नहीं सी। और जदों असीं कहने आ कि असीं पंजाबी सूबा मंगिया जी, इन्हां ने टुकड़े करके हरियाणा बखरा कर दिता है, पिंड उहदे नाल जोड़ दिते, सानूं लंडा जिहा सूबा। ये इतराज करन तो पहलां अजमेर सिंह वर्गे जिन्ने साडे इतिहासकार आ उन्हां नूं ये पता नहीं सी होना चाहिदा कि जदों फर्स्ट वर्ल्ड वॉर खत्म होई आ ते किन्ने कंट्री नवे बने आ। जदों लैनन ने रशिया दी अजे पहली संसार जंग खत्म नहीं हुई, लैनन जाके रशिया दी बागडोर संभालदा और जदों वो जर्मनी नूं कहंदा भी भाई इन्हां ने करती गलती, तेरे विरुद्ध जर्मनी वाले नूं कहंदा भी तेरे विरुद्ध लड़न दी गलती कर दित्ती इन्हां ने। लोक नहीं रशिया दे लोक नहीं चाहुंदे असीं जर्मनी दे नाल लड़ीए, असीं चाहुंदे आ इह जंग दे विचों असीं अपना हथ पिछे करिए, असीं तेरे नाल लड़ाई नहीं लड़ांगे। उस तो बाद जर्मनी ने शर्तां रख के रशिया दे किन्ने कंट्री किन्ना हिस्सा सी ओह जिहदी डिमांड कीती सी। जदों वो सारी जंग खत्म हुई आ उस वेले फ्रांस ने, इंग्लैंड ने, अमेरिका, इटली ये लॉबी ने जर्मनी दे उत्ते शर्तां ला के, आस्ट्रेलिया दे उत्ते शर्तां ला के किन्ने नवे कंट्री खड़े कीते जिहड़ियां ताकतां कंट्रोल करके बैठियां, जिहड़ियां डिजर्व करदियां, जिन्हां दा कब्जा आ, जिन्हां दे कोल सारा कुछ आ, उन्हां नूं डर आ इस गल दा भी जिहड़ा इतराज अज साडे ते इतराज कर रहा आ भड़के नूं जे खड़ा हो गया इहदे नाल कोई दूजा रल गया। हुण तुर्की दा किन्ना चिर उन्हां 5-6 कंट्रियां दे उत्ते सर्बिया बोस्निया दे उत्ते कब्जा रहा। जिद्दण इंग्लैंड नूं, फ्रांस नूं, अमेरिका नूं डर पिया भी जर्मनी ट्रेन जिहड़ी आ इत्थे डिवेलप हो रही आ,
ਇਹ ਜੇ ਉਹਨਾਂ ਤਰੱਕੀ ਵਾਲੇ ਹਿੱਸੇ ਦੇ ਨਾਲ ਮਿਲ ਗਿਆ ਤੇ ਬਗਦਾਦ ਤੋਂ ਗਾਹਾਂ ਅਫਗਾਨਿਸਤਾਨ ਦੇ ਨਾਲ ਇੰਡੀਆ, ਇਹ ਤਾਂ ਜਾ ਪਏ ਇੱਥੇ ਨੂੰ। ਤੇ ਫਰਾਂਸ ਕਿਹੜੇ ਨਪੋਲੀਅਨ ਦੇ ਵੇਲੇ ਦੀ ਟਰਾਈ ਕਰ ਰਿਹਾ ਆ। ਤੇ ਜੇ ਆਪਾਂ ਇਸ ਰਸਤੇ ਹੋ ਕੇ, ਇਹਨਾਂ ਮੁਲਕਾਂ ਦੇ ਰਾਹੀਂ ਹੋ ਕੇ, ਅਫਗਾਨਿਸਤਾਨ ਰਾਹੀਂ ਹੋ ਕੇ ਇੰਡੀਆ ਦੇ ਸ਼ਾਸਕਾਂ ਨਾਲ ਗੱਲ ਕਰੀਏ ਤਾਂ ਇੰਗਲੈਂਡ ਦਾ ਦਰਵਾਜ਼ਾ ਬੰਦ ਕਰ ਸਕਦੇ ਹਾਂ ਅਸੀਂ। ਤੇ ਹੁਣ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਆ, ਉਹ ਕਿਉਂ ਉਹ ਰਾਹ ਛੱਡ ਦਿੰਦੇ, ਉਹ ਰਾਹ ਜਿਹਦੇ ਰਾਹੀਂ ਇਹ ਜਰਮਨੀ ਆਸਟ੍ਰੇਲੀਆ ਦੇ ਨਾਲ ਰਲ ਕੇ, ਤੁਰਕੀ ਦੇ ਨਾਲ ਰਲ ਕੇ, ਇਰਾਨ ਇਰਾਕ ਦੇ ਰਾਹੀਂ ਜਾ ਕੇ ਉਹ ਉਸ ਖਿੱਤੇ ਨੂੰ ਜਾਂਦਾ, ਉਹਨੇ ਤੋੜ ਦਿੱਤਾ, ਗੱਬੇ ਉਹ ਖੁੰਡ ਖੜਾ ਕਰ ਦਿੱਤਾ। ਯੂਗੋਸਲਾਵੀਆ ਬਣਿਆ ਜਦੋਂ, ਕਿੰਨੇ ਕੰਟਰੀ ਉੱਥੇ ਉਸ ਇੱਕ ਭਾਸ਼ਾ ਬੋਲਣ ਵਾਲੇ ਜਿਹੜੇ ਆ ਗੱਬੇ ਖੜੇ ਕਰ ਦਿੱਤੇ। ਤਾਂ ਇਹ ਗੱਲਾਂ ਜਦੋਂ ਅੰਤਰਰਾਸ਼ਟਰੀ ਤੌਰ ਤੇ ਪਤਾ ਹੈ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਝਗੜਾ 1984 ਵਾਪਰਨ ਤੋਂ 13 ਸਾਲ ਪਹਿਲਾਂ ਬੰਗਲਾਦੇਸ਼ ਨੂੰ ਤੋੜ ਕੇ ਪਾਕਿਸਤਾਨ ਨਾਲੋਂ ਅਲੱਗ ਬਣਵਾਇਆ, ਉਹਨਾਂ ਨੂੰ ਪਤਾ ਨਹੀਂ ਸੀ ਵੀ ਜਦੋਂ ਇਹ ਪੰਜਾਬ ਦੇ ਬੈਠੇ ਲੋਕ ਇਤਰਾਜ਼ੇ ਕਰਨ ਲੱਗ ਪਏ, ਸਾਡੇ ਨਾਲ ਰਹਿਣਾ ਹੀ ਨਹੀਂ ਚਾਹੁੰਦੇ, ਸਾਡੇ ਤੇ ਗਿਲਾ ਹੀ ਕਰਦੇ ਆ, ਇਹ ਭਲਕੇ ਨੂੰ ਬੰਗਲਾਦੇਸ਼ ਨਾਲ ਸਾਡੀ ਤਾਜੀ ਹੋ ਕੇ ਹਟੀ ਆ ਪਾਕਿਸਤਾਨ ਨਾਲ, ਇਹ ਭਲਕੇ ਨੂੰ ਪਾਕਿਸਤਾਨ ਨਾਲ ਰਲ ਕੇ ਐਡੀ ਵੱਡੀ ਤਾਕਤ ਬਾਰਡਰ ਦੇ ਉੱਤੇ ਬੈਠੀ, ਦਿੱਲੀ ਤਾਂ ਨਹੀਂ ਢਾਲਣੀ ਸਵੇਰੇ, ਕਿਉਂ ਨਾ ਸੋਚਦੇ ਹੋ? ਤੁਸੀਂ ਨਾ ਸੋਚੋ। ਇਹ ਗੱਲਾਂ ਤੇ ਇਤਰਾਜ਼ ਕਰਨ ਤੋਂ ਪਹਿਲਾਂ ਅਸੀਂ ਜਦੋਂ ਅੰਤਰਰਾਸ਼ਟਰੀ ਤੌਰ ਤੇ ਰੌਲਾ ਪਾਉਣਾ ਹੈ, ਲੋਕਾਂ ਨੂੰ ਕਹਿਣਾ ਹੈ ਕਿਸੇ ਨੂੰ ਵੀ ਭਾਈ ਇਹ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ, ਉਹਨਾਂ ਦੇ ਸਾਹਮਣੇ ਪੈਟਰਨ ਨਹੀਂ ਪਿਆ, ਉਹਨਾਂ ਨੂੰ ਦੀਦਾ ਨਹੀਂ ਪਈ ਅੰਤਰਰਾਸ਼ਟਰੀ ਤੌਰ ਤੇ ਇਹ ਮਾਹੌਲ ਬਣਦਾ ਕਿੱਦਾਂ ਆ, ਇਹਦਾ ਨੁਕਸਾਨ ਕੀ ਹੁੰਦਾ ਆ। ਜੇ ਇਦਾਂ ਨਹੀਂ ਕਰਦੇ ਉਹ ਤੇ ਅਗਲਾ ਹਿਟਲਰ ਨੇ ਕਹਿੰਦੇ ਦੂਜੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਇੰਗਲੈਂਡ ਦੇ ਅਫੀਸ਼ਲ ਨੂੰ, ਸ਼ਾਇਦ ਪ੍ਰਾਈਮ ਮਿਨਿਸਟਰ ਨੂੰ ਕੋਈ ਚਿੱਠੀ ਲਿਖੀ ਹੈ ਨਾ, ਉਹਦੇ ਵਿੱਚ ਉਹਨੂੰ ਦੱਸਿਆ, ਕਹਿੰਦਾ ਮੈਂ ਉਹ ਆ ਜਿਹਨੂੰ ਤੇਰੀ ਫੌਜ ਦੇ ਬੰਦੇ ਨੇ ਪਹਿਲੀ ਸੰਸਾਰ ਜੰਗ ਵੇਲੇ ਨਿਹੱਥੇ ਨੂੰ ਦਇਆ ਕਰਕੇ ਛੱਡ ਦਿੱਤਾ ਸੀ। ਇਹ ਗੱਲ ਵੱਖਰੀ ਆ ਕਿ ਜੇ ਉਹ ਜਿਹਦੇ ਨਾਲ ਧੱਕਾ ਹੁੰਦਾ, ਦੇਖੋ ਜਿਹੜੀ ਹਾਕਮ ਤੇ ਰਿਹਾ ਉਹ ਹਮੇਸ਼ਾ ਤੋਂ ਧੱਕਾ ਕਰਦੀ ਆ, ਚਾਹੇ ਉਹ ਡਿਕਟੇਟਰਸ਼ਿਪ ਆ ਚਾਹੇ ਡੈਮੋਕ੍ਰੇਸੀ ਆ। ਹੁਣ ਉਹ ਜਿਹੜਾ 70-80 ਸਾਲ ਦਾ ਸਮਾਂ ਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖਤਮ, ਜਾਂ ਮੈਂ ਕਹਿੰਦਾ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋਇਆ ਉੱਥੋਂ ਲੈ ਕੇ ਜੇ ਕਿਤੇ ਉਹ ਸਦੀ ਤੇ ਉਹ ਤੋਂ ਗਾਹਾਂ ਸੰਸਾਰ ਜੰਗ ਜਿਹੜੀਆਂ ਦੋਏ ਹੋਈਆਂ, ਉਹ ਦੇਖ ਲਵੋ ਤੁਸੀਂ। ਸਾਡੇ ਆਗੂਆਂ ਦਾ ਕੰਮ ਸੀ ਇਹ, ਉਹਨਾਂ ਨੂੰ ਪੜ੍ਹ ਕੇ, ਧਿਆਨ ਨਾਲ ਵਿਚਾਰ ਕੇ, ਉਹਨਾਂ ਘਟਨਾਵਾਂ ਦਾ ਐਨਾਲਿਸਿਸ ਕਰਕੇ, ਵਿਸ਼ਲੇਸ਼ਣ ਕਰਕੇ ਆਪਣੇ ਲੋਕਾਂ ਦੇ ਸਾਹਮਣੇ ਰੱਖਦੇ, ਇਸ ਘਟਨਾ ਨੂੰ ਇਸ ਹਿਸਾਬ ਨਾਲ ਪੇਸ਼ ਕਰਦੇ 84 ਵੇਲੇ ਵੀ ਭਾਈ ਦੇਖੋ ਜੇ ਸਰਕਾਰ ਇਹ ਪਾਬੰਦੀਆਂ ਲਾ ਰਹੀ ਆ ਤੇ ਜਿਹੜੀ ਧਿਰ ਤਾਕਤ ਵਿੱਚ ਹੁੰਦੀ ਆ ਉਹਦਾ ਹੱਕ ਬਣਦਾ ਕਰਦੀ ਹੁੰਦੀ ਆ। 1919 ਚ ਸੰਸਾਰ ਜੰਗ ਖਤਮ ਹੋ ਗਈ ਸੀ, ਮੈਂ ਗਲਤ ਨਾ ਹੋਵਾਂ, ਤੇ ਅਗਲੇ ਕਹਿੰਦੇ ਵੀ ਜਿਹੜਾ ਉਸ ਵੇਲੇ ਫਾਈਨ ਕੀਤਾ ਸੀ, ਜਿਹੜੀ ਰੈਪਰੇਸ਼ਨ ਸੀ ਜਰਮਨੀ ਦੇ ਉੱਤੇ ਪਈ, ਜਿਹੜਾ ਹਰਜਾਨਾ ਭਰਨਾ ਪਿਆ ਸੀ, ਉਹਨੂੰ ਆ ਕੇ 2010 ਦੇ ਲਾਗੇ ਖਤਮ ਹੋਇਆ। ਉਹ ਜਿੰਨੇ ਗੁਣਾ ਕਰੰਸੀ ਵਧੀ ਆ, ਜਿੰਨਾ ਵਿਕਾਸ ਹੋਇਆ 100 ਸਾਲ ਦੇ ਵਿੱਚ, ਉਹਨੂੰ ਜੇ ਤੁਸੀਂ ਮਲਟੀਪਲਾਈ ਕਰਦੇ ਆ ਤਾਂ 33 ਬਿਲੀਅਨ ਉਦੋਂ 450 ਬਿਲੀਅਨ ਦੇ ਲਾਗੇ ਉਹ ਬਣਦਾ। ਅਸੀਂ ਜੇ ਪੰਜਾਬ ਦੇ ਹਰਜਾਨੇ ਦੀ ਗੱਲ ਕਰਦੇ ਹਾਂ, ਜੇ ਅਸੀਂ ਇਹ ਗੱਲ ਕਰਦੇ ਹਾਂ ਵੀ ਇੱਕ ਔਰਤ ਮਾਰੀ ਸੀ ਅਸੀਂ, ਉਹਦੇ ਬਦਲੇ ਸਾਡਾ ਇੰਨਾ ਨੁਕਸਾਨ ਕਿਉਂ ਹੋਇਆ, ਤੇ ਤੁਸੀਂ ਉਹਨੂੰ ਲਗਭਗ 2 ਲੱਖ ਬੰਦਾ ਕਹਿੰਦੇ ਇੱਕ ਦਿਨ ਚ ਇੱਕ ਜਰਨੈਲ ਦੀ ਗਲਤੀ ਨਾਲ 55 ਲੱਖ 50 ਯਾਨੀ 5 ਮਿਲੀਅਨ ਤੋਂ ਵੱਧ ਰਸ਼ੀਆ ਦਾ ਬੰਦਾ ਉਸ ਲੜਾਈ ਦੇ ਵਿੱਚ ਜਾਂ ਕਤਲ ਹੋਇਆ, ਜਾਂ ਬਿਮਾਰ ਹੋਇਆ, ਜਾਂ ਵੱਢਿਆ ਟੁੱਕਿਆ ਗਿਆ। ਇੱਕ ਪ੍ਰਿੰਸ ਦੇ ਕਤਲ ਹੋਣ ਤੋਂ ਬਾਅਦ, ਆਸਟਰੀਆ ਦੇ ਪ੍ਰਿੰਸ ਦੇ ਕਤਲ ਹੋਣ ਤੋਂ ਬਾਅਦ ਆਸਟਰੀਆ ਉਹ ਤੇ ਅਟੈਕ ਕਰਦਾ, ਜਰਮਨੀ ਉਹਦਾ ਸਾਥ ਦਿੰਦਾ ਆ, ਰਸ਼ੀਆ ਬੋਸਨੀਆ ਸਰਬੀਆ ਨੂੰ ਉਹਦੇ ਨਾਲ ਵਾਅਦਾ ਕਰਕੇ ਜਰਮਨੀ ਦੇ ਬਾਰਡਰ ਦੇ ਉੱਤੇ ਆਪਣੀ ਫੌਜ ਲਾ ਦਿੰਦਾ ਆ, ਫਰਾਂਸ ਉਧਰੋਂ ਉਲਝ ਜਾਂਦਾ ਆ, ਇਹ
ਜਰਮਨੀ ਵਾਲੇ ਫਰਾਂਸ ਤੇ ਅਟੈਕ ਕਰਨ ਲੱਗੇ ਵੀ ਅਸੀਂ ਰਸ਼ੀਆ ਨੂੰ ਬਾਅਦ ਚ ਦੇਖਾਂਗੇ, ਪਹਿਲਾਂ ਇਹਨੂੰ ਅਕਲ ਦੇ ਲਈਏ। ਉਹ ਬੈਲਜੀਅਮ ਤੇ ਅਟੈਕ ਕਰ ਦਿੰਦੇ ਆ, ਬੈਲਜੀਅਮ ਤੇ ਅਟੈਕ ਹੋਣ ਤੇ ਇੰਗਲੈਂਡ ਇਨਵੋਲਵ ਹੋ ਜਾਂਦਾ ਆ, ਮੁੜ ਕੇ ਜਾ ਕੇ ਇੰਗਲੈਂਡ ਨੂੰ ਸਪਲਾਈ ਦੇ ਰਿਹਾ ਅਮਰੀਕਾ। ਜਦੋਂ ਜਰਮਨੀ ਮੈਕਸੀਕੋ ਨੂੰ ਜਾ ਕੇ ਸੁਨੇਹਾ ਦਿੰਦਾ ਆ, ਅਮਰੀਕਾ ਆ ਕੇ ਇਨਵੋਲਵ ਹੋ ਜਾਂਦਾ। ਘੱਟੋ ਘੱਟ 12-13 ਨਵੇਂ ਕੰਟਰੀ ਬਣ ਗਏ। ਕਿੱਡੀਆਂ ਸਲਤਨਤਾਂ ਸੀ ਜਿਹੜੀਆਂ ਕਿੰਨੀਆਂ ਸਦੀਆਂ ਦੀਆਂ ਆਪਸ ਵਿੱਚ ਪੂਰੇ ਪੈਰ ਜਮਾ ਕੇ ਬੈਠੀਆਂ ਸੀ, ਏਦਾਂ ਖੱਖੜੀਆਂ ਹੋ ਗਈਆਂ ਇੱਕ ਇਨਸੀਡੈਂਟ ਤੋਂ। ਤੇ ਅਸੀਂ ਕਹਿੰਦੇ ਆ ਵੀ ਅਸੀਂ ਜੇ ਕਰ ਵੀ ਦਿੱਤਾ, ਅਸੀਂ ਜੇ ਧਮਕੀ ਵੀ ਦੇ ਦਿੱਤੀ। ਜਦੋਂ ਅਸੀਂ ਸਾਡੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਵਿੱਚ ਅਟਵਾਲ ਦਾ ਕਤਲ ਹੋਇਆ, ਅਫੀਸ਼ੀਅਲ ਸੀ ਉਹਨਾਂ ਦਾ, ਅਸੀਂ ਸੋਚਿਆ ਨਾ ਵੀ ਇਦਾਂ ਜੇ ਕਿਸੇ ਏਡੀ ਵੱਡੀ ਸਰਕਾਰ, ਏਡੀ ਵੱਡੀ ਤਾਕਤ ਹੈ ਜਿਹੜੀ ਦੁਨੀਆ ਦੇ ਵਿੱਚ, ਆਜ਼ਾਦ ਭਾਵੇਂ 1947 ਤੋਂ ਹੋਈ ਆ, ਉਹ ਜਿਹੜੀ ਨੇਵੀ ਦੀ ਤਾਕਤ ਆ ਅਮਰੀਕਾ ਦੀ, ਉਹਦੇ ਇੰਨੀ ਤਾਕਤ ਦੇ ਹੁੰਦਿਆਂ ਹੋਇਆਂ ਉਹਨਾਂ ਨੇ ਪਾਕਿਸਤਾਨ ਦੇ ਏਦਾਂ 2 ਟੁਕੜੇ ਕਰ ਦਿੱਤੇ। ਔਰ ਜਿਹੜੇ ਇਤਰਾਜ਼ ਤੁਸੀਂ ਉਹ 4-5 ਸਾਲ ਦਾ ਸਮਾਂ ਜੇ ਧਿਆਨ ਨਾਲ ਦੇਖੋ ਵੀ ਇੰਦਰਾ ਗਾਂਧੀ ਨੇ ਦੁਨੀਆ ਨੂੰ ਜਸਟੀਫਾਈ ਕਿੱਦਾਂ ਕੀਤਾ ਆ, ਉਹ ਨੁਕਤੇ ਕਿਹੜੇ ਦਿੱਤੇ ਆ, ਵੀ ਕਿਹੜੀਆਂ ਗੱਲਾਂ ਤੇ ਆਧਾਰਿਤ ਉਹਨੇ ਗੱਲ ਕੀਤੀ ਆ ਵੀ ਬੰਗਲਾਦੇਸ਼ ਨਾਲ ਪਾਕਿਸਤਾਨ ਦੀ ਸਰਕਾਰ ਧੱਕਾ ਕਰ ਰਹੀ ਆ। ਉਹਨਾਂ ਨੂੰ ਪੜ੍ਹ ਕੇ ਦੇਖੋ, ਤੁਹਾਨੂੰ ਸਾਰਾ ਕੁਝ ਨਜ਼ਰ ਆਉਣ ਲੱਗ ਪੈਣਾ ਵੀ ਸਾਡੇ ਲੀਡਰ ਜਿਹੜੇ ਆ ਸਾਰੇ ਇਤਰਾਜ਼ ਬਿਲਕੁਲ ਉਹਦੇ ਉਲਟ ਕਰਦੇ। ਅਸੀਂ ਮਾਣ ਕਰਦੇ ਹਾਂ ਜੀ, ਇਸ ਗੱਲ ਤੇ ਮਾਣ ਕਰਦੇ ਹਾਂ ਵੀ 2 ਸੰਸਾਰ ਜੰਗਾਂ ਦੇ ਵਿੱਚ ਸਿੱਖਾਂ ਨੇ ਪੂਰੀ ਜਾਨ ਹੀਲ ਕੇ ਇੰਗਲੈਂਡ ਦਾ ਸਾਥ ਦਿੱਤਾ। ਜੇ ਅਸੀਂ ਇਹ ਦਾਅਵਾ ਕਰਦੇ ਹਾਂ ਵੀ ਇੰਗਲੈਂਡ ਨੇ 30% ਜਾਨੀ ਹਿੰਦੁਸਤਾਨ ਦੀ ਆਰਮੀ ਦੇ ਵਿੱਚ 30% ਰਿਜ਼ਰਵੇਸ਼ਨ ਸਿੱਖਾਂ ਨੂੰ ਦਿੱਤੀ ਹੋਈ ਸੀ, ਜੇ ਅਸੀਂ ਇਹ ਦਾਅਵਾ ਕਰਦੇ ਹਾਂ ਤਾਂ ਵੀ ਅਸੀਂ ਇੰਦਰਾ ਗਾਂਧੀ ਜਾਨੀ ਹਿੰਦੁਸਤਾਨ ਦੀ ਸਰਕਾਰ ਦੇ ਮੂਹਰੇ ਪੂਰੀ ਹਿੱਕ ਡਾਹ ਕੇ ਲੜਦੇ ਰਹੇ ਹਾਂ, ਬੰਗਲਾਦੇਸ਼ ਬਣਾਉਣ ਵੇਲੇ ਡਟ ਕੇ ਸਾਥ ਦਿੱਤਾ। ਸਾਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਜਦੋਂ ਅਸੀਂ ਪਾਕਿਸਤਾਨ ਨੂੰ ਤੋੜਨ ਲਈ ਪਾਕਿਸਤਾਨ ਦੇ 90,000 ਹਥਿਆਰਬੰਦ ਫੌਜੀਆਂ ਦੇ ਹਥਿਆਰ ਸਟਾਈ ਜਨਰਲ ਅਰੋੜੇ ਨੇ, ਸਿੱਖ ਸੀ, ਸਰਦਾਰ ਸੀ, ਉਹ ਪੰਜਾਬੀ ਸੀ। ਜਦੋਂ ਅਸੀਂ ਇਹ ਦਾਅਵਾ ਕਰਦੇ ਹਾਂ ਵੀ ਅਸੀਂ ਪਾਕਿਸਤਾਨ ਦੇ ਨਾਲ ਇੱਥੇ ਤੱਕ ਧੱਕਾ ਕੀਤਾ, ਅਸੀਂ ਏਦਾਂ ਗੋਡੇ ਟਕਵਾਤੇ ਉਹਦੇ, ਤੇ ਉਦੋਂ ਜਦੋਂ ਅਸੀਂ ਆਪਣੇ ਵੱਖਰੇ ਦੇਸ਼ ਦੀ ਮੰਗ ਕਰਦੇ ਹਾਂ, ਅਸੀਂ ਉਸ ਲੜਾਈ ਦੀ ਗੱਲ ਕਰਦੇ ਹਾਂ, ਉਦੋਂ ਇਹ ਕਿਉਂ ਨਹੀਂ ਸੋਚਦੇ ਵੀ ਉਹ ਪਾਕਿਸਤਾਨ ਸਾਡਾ ਸਾਥ ਕਿਉਂ ਦਊਗਾ? ਜਿਹੜਾ ਪਾਕਿਸਤਾਨ ਇਹ ਸਮਝਦਾ ਵੀ ਜਿਹਦੇ ਬਾਰੇ ਅਸੀਂ ਆਪੇ ਉਹ ਕੀ ਸਮਝਣਾ, ਅਸੀਂ ਆਪੇ ਦਾਅਵਾ ਕਰੀ ਜਾਂਦੇ ਹਾਂ ਵੀ ਜਿਹੜਾ ਸੁਪਨਾ ਇੰਦਰਾ ਗਾਂਧੀ ਨੇ ਦੇਖਿਆ ਸੀ ਵੱਖਰਾ ਦੇਸ਼ ਬਣਾਉਣ ਦਾ, ਉਹ ਪੂਰਾ ਅਸੀਂ ਕੀਤਾ। ਮਤਲਬ ਕਿਸੇ ਵੀ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਿ ਸਾਨੂੰ ਜਦੋਂ ਅਸੀਂ ਵੱਖਰੀ ਸਟੇਟ, ਵੱਖਰਾ ਪੰਜਾਬ ਜਿਹੜਾ ਹੈ ਭਾਸ਼ਾ ਦੇ ਆਧਾਰ ਤੇ ਬਣਾਉਣ ਦੀ ਗੱਲ ਕੀਤੀ ਆ, ਉਦੋਂ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਭਾਸ਼ਾ ਦੇ ਆਧਾਰ ਤੇ ਜੇ ਵੱਖਰੇ ਕੰਟਰੀ ਵੀ ਬਣੇ ਸੀ, ਉਹ ਉਹਨਾਂ ਕੰਟਰੀਆਂ ਦੀ, ਉਹਨਾਂ ਮੁਲਕਾਂ ਦੀ, ਉਹਨਾਂ ਲੋਕਾਂ ਦੀ ਆਪਣੀ ਮੰਗ ਸੀ, ਜਾਂ ਜਿਹੜੀਆਂ ਤਾਕਤਾਂ ਉੱਤੇ ਬੈਠੀਆਂ ਆ, ਜਿਹੜੀਆਂ ਵਰਲਡ ਦੀ ਸੁਪਰ ਪਾਵਰ ਬਣਨੀਆਂ ਚਾਹੁੰਦੀਆਂ, ਜਿਹੜੀਆਂ ਕਹਿੰਦੀਆਂ ਆ ਵੀ ਇੱਕ ਲੀਗ ਇਦਾਂ ਦੀ ਬਣਨੀ ਚਾਹੀਦੀ ਆ ਜਿਹਦੇ 'ਚ ਸਾਰੀਆਂ ਇੰਡੀਪੈਂਡੈਂਟ ਨੇਸ਼ਨ ਇਕੱਠੀਆਂ ਹੋ ਕੇ ਬੈਠਣ ਤੇ ਉਹ ਕਿਸੇ ਨੂੰ ਵਿਪਤਾ ਪਵੇ ਤਾਂ ਉਹਦਾ ਯਾਨੀ ਪੰਚਾਇਤ ਬਣਾਉਣ ਦੀ ਤਿਆਰੀ ਕਰ ਰਹੀਆਂ। ਉਹ ਨੇਸ਼ਨ ਜਿਹੜੀਆਂ ਉਹ ਸਟੇਟਸ ਆ, ਉਹਨਾਂ ਦੀ ਆਪਣੀ ਇੱਛਾ ਸੀ, ਉਹਨਾਂ ਦੀ ਪਲਾਨ ਸੀ। ਉਹ ਤਾਂ ਛੋਟੇ ਮੁਲਕ ਯੂਰਪ ਦੇ ਵਿੱਚ ਬਣੇ ਆ ਜਾਂ ਲੋਕਾਂ ਦੀ ਸਹੂਲਤ ਦੇ ਲਈ ਬਣੇ ਆ। ਹੁਣ ਜਿੱਥੇ ਰਸ਼ੀਆ ਦੇ ਨਾਲ ਜਿੰਨੇ ਕੰਟਰੀ ਆ, ਜਰਮਨੀ ਦੇ ਤਾਂ ਰਸ਼ੀਆ ਦੇ ਵਿਚਾਲੇ, ਰਸ਼ੀਆ ਦਾ ਬਾਰਡਰ ਸਿੱਧਾ ਇਹਦੇ ਨਾਲ, ਈਵਨ ਫਿਨਲੈਂਡ ਜਿਹੜਾ ਆ ਉਹ ਜਰਮਨੀ ਦੇ ਨਾਲ ਲੱਗਦਾ ਸੀ। ਹੁਣ ਜਿੰਨੇ 5-6 ਕੰਟਰੀ ਉਹਦੇ ਬਰਾਬਰ ਬਣੇ ਆ। ਹਾਲਾਂਕਿ ਸਾਨੂੰ ਪਤਾ ਵੀ ਅਫਗਾਨਿਸਤਾਨ ਦੀ ਸਹਾਇਤਾ ਨਾਲ ਜਦੋਂ USSR ਟੁੱਟਿਆ ਉਦੋਂ ਕਿੰਨੇ ਕੰਟਰੀ ਵੱਖਰੇ ਹੋਏ ਆ, ਪਰ ਉਹ ਤੋਂ ਪਹਿਲੀ ਸੰਸਾਰ ਜੰਗ ਦੇ ਖਤਮ ਹੁੰਦੇ ਆ, ਇੱਕ ਤਾਂ ਜਰਮਨੀ ਦੇ, ਆਸਟਰੀਆ ਦੇ ਨਾਲ ਜਿਹੜੇ ਕੰਟਰੀ ਨਵੇਂ ਕੱਢੇ ਗਏ ਆ, ਉਹ ਚਾਹੇ ਤੁਰਕੀ ਚੋਂ ਕੱਢੇ ਆ, ਚਾਹੇ ਆਸਟਰੀਆ ਚੋਂ ਕੱਢੇ ਆ। ਪੋਲੈਂਡ ਬਣਿਆ ਆ, ਉਹਦਾ ਹਿੱਸਾ ਚਾਹੇ ਜਰਮਨ ਦਾ ਚੱਕ ਕੇ ਦਿੱਤਾ, ਚਾਹੇ ਰਸ਼ੀਆ ਦਾ ਦਿੱਤਾ। ਹੁਣ ਜਿਹੜੀ ਰਸ਼ੀਆ ਦੇ ਤਾਂ ਜਰਮਨੀ ਦੇ ਵਿਚਾਲੇ ਬਾਉਂਡਰੀ ਆ, ਉੱਥੇ ਜਿਹੜੇ ਕੰਟਰੀ ਬਣੇ ਆ, ਉਹ ਕੰਟਰੀ ਜਦੋਂ ਪਹਿਲਾਂ ਰਸ਼ੀਆ ਦੇ ਨਾਲ ਆ, ਸਾਰੇ ਡਿਵੈਲਪਡ ਕੰਟਰੀ ਆ, ਉਹ ਜੇ ਸਾਰਾ ਹਿੱਸਾ ਰਸ਼ੀਆ ਦੇ ਨਾਲ ਲੱਗਿਆ ਰਹਿੰਦਾ ਤੇ
रशिया किड्डा बड़ा खतरा आ बाकी बड़े मुल्कां नूं। ਉਹ खतरे तो बचण लई ਉਹਦਾ ਉਹ ਪੋਟੈਂਸ਼ੀਅਲ ਆ ਜਿਹੜਾ ਉਹਨੂੰ ਹਮੇਸ਼ਾ ਲਈ ਮਾਰਨ ਲਈ ਉਹ ਬਹਾਨਾ ਉਹ ਤਾਕਤਾਂ ਬਣਾ ਰਹੀਆਂ ਇੰਗਲੈਂਡ ਅਮਰੀਕਾ ਵਰਗੀਆਂ। ਉਹਨਾਂ ਲੋਕਾਂ ਦੇ ਅੰਦਰ ਕੰਨ 'ਚ ਉਹ ਫੂਕ ਮਾਰ ਰਹੀਆਂ ਆ ਕਿ ਤੁਸੀਂ ਵੱਖਰੇ ਆ, ਤੁਹਾਡੇ ਕੋਲ ਆਪਣੀ ਭਾਸ਼ਾ ਆ, ਆਪਣਾ ਸਭ ਕੁਝ ਆ, ਤੁਸੀਂ ਆਪਣੀ ਸਰਕਾਰ ਆਪਣਾ ਦੇਸ਼ ਚਲਾ ਸਕਦੇ ਆ, ਵੱਖਰੇ ਹੋਣ ਦੀ ਗੱਲ ਕਰੋ। ਜੇ ਯੂਗੋਸਲਾਵੀਆ ਦੀ ਗੱਲ ਕਰਦੇ ਆ ਤੇ ਸਰਬੀਆ ਆਪ ਉਹ ਰੌਲਾ ਪਾ ਰਿਹਾ ਹੈ ਕਿ ਸਾਡੀ ਭਾਸ਼ਾ ਇੱਕ ਆ, ਸਾਨੂੰ ਆ ਹਿੱਸਾ ਆਸਟਰੀਆ ਦਾ, ਆ ਇਧਰੋਂ ਬੋਸਨੀਆ ਦਾ, ਐਡਾ ਸਾਰਾ ਕੁਝ ਕਰਕੇ ਇਕੱਠਾ ਸਾਨੂੰ ਵੱਡਾ ਮੁਲਕ ਬਣਾਇਆ ਜਾਵੇ। ਹੁਣ ਉਹ ਮੰਗ ਕਰਦੇ ਆ, ਪਰ ਵੱਡੀਆਂ ਤਾਕਤਾਂ ਦੀ ਜ਼ਰੂਰਤ ਆ। ਇਹ ਉਹਨਾਂ ਨੂੰ ਪਤਾ ਆ ਕਿ ਜੇ ਇਹਨਾਂ ਨੂੰ ਅਸੀਂ ਇਦਾਂ ਨਹੀਂ ਕਰਦੇ ਤੇ ਇਹ ਚਾਹੇ ਆਸਟਰੀਆ ਹੈ, ਚਾਹੇ ਰਸ਼ੀਆ ਹੈ, ਚਾਹੇ ਜਰਮਨੀ ਆ, ਚਾਹੇ ਤੁਰਕੀ ਆ, ਉਹ ਆਪਣੇ ਆਪ 'ਚ ਕਿੱਡੀਆਂ ਵੱਡੀਆਂ ਪਾਵਰ ਬਣਦੀਆਂ ਔਰ ਕਿੱਡਾ ਵੱਡਾ ਖਤਰਾ ਬਣਦੀਆਂ। ਹੁਣ ਉਹ ਵੱਡੀਆਂ ਤਾਕਤਾਂ ਜਿਹੜੀਆਂ ਹਥਿਆਰ ਵੇਚ ਕੇ, ਆਪਣੀ ਟੈਕਨੋਲੋਜੀ ਵੇਚ ਕੇ, ਆਪਣੀ ਮਸ਼ੀਨਰੀ ਵੇਚ ਕੇ, ਜਦੋਂ ਇੰਡਸਟਰੀਅਲਿਜ਼ਮ ਦੀ ਗੱਲ ਆਉਂਦੀ ਆ, ਜਦੋਂ ਇਹ ਗੱਲ ਚੱਲੀ ਪਈ, ਦੇਖੋ ਜੀ ਮਸ਼ੀਨੀ ਯੁੱਗ ਆ ਗਿਆ, ਉਦੋਂ ਸਭ ਤੋਂ ਪਹਿਲਾਂ ਹਥਿਆਰਾਂ ਦੀ ਗੱਲ ਹੋਈ ਆ। ਜਿਹੜੇ ਵੀ ਕੰਟਰੀ ਡਿਵੈਲਪ ਹੋਇਆ ਉਹਦਾ ਸਭ ਤੋਂ ਵੱਧ ਪੈਸਾ ਹਥਿਆਰਾਂ ਦੇ ਉੱਤੇ ਲੱਗਾ। ਹੁਣ ਜਿੰਨੇ ਮੁਲਕ, ਜੇ ਇੱਕ ਮੁਲਕ ਦੇ 4 ਟੁਕੜੇ ਕਰ ਦਿੱਤੇ ਜਾਣ, ਉਹਦੀਆਂ ਸਰਹੱਦਾਂ ਗੈਰ ਕਾਨੂੰਨੀ ਤਰੀਕੇ ਨਾਲ, ਗੈਰ ਵਾਜਬ ਤਰੀਕੇ ਨਾਲ ਵੰਡ ਦਿੱਤੀਆਂ ਜਾਣ, ਕਿ ਉਹਨਾਂ ਦੀ ਲੜਾਈ ਖਤਮ ਹੋਊਗੀ? ਜਿਹੜੇ 1 ਤੋਂ 4 ਮੁਲਕ ਬਣ ਗਏ, ਉਹ ਬਜਾਏ ਇਹਦੇ ਤੇ ਇਕੱਠੇ ਹੋ ਕੇ ਕਿਸੇ ਵੱਡੀ ਤਾਕਤ ਨਾਲ ਲੜਨ, ਉਹ ਆਪਸ ਵਿੱਚ ਹੀ ਲੜਨਗੇ। ਆਪਸ ਵਿੱਚ ਹੀ ਲੜਨਗੇ। ਜਿੰਨੀ ਕੁ ਉਹਨਾਂ ਦੀ ਪ੍ਰੋਡਕਸ਼ਨ ਹੋਊਗੀ ਉਨੀ ਕੁ ਐਨਰਜੀ ਉਹ ਲਾਈ ਜਾਊਗੇ। ਮੁੜ ਕੇ ਜਦੋਂ ਉਹਨੂੰ ਕਰਜ਼ੇ ਦੀ ਲੋੜ ਹੋਊਗੀ, ਕਿਹਦੇ ਕੋਲ ਜਾਊਗੇ? ਉਹ ਵੱਡੇ ਮੁਲਕ ਕੋ। ਹਥਿਆਰਾਂ ਦੀ ਲੋੜ ਹੋਊਗੀ, ਕਿਹਦੇ ਕੋਲ ਜਾਊਗੇ? ਹੁਣ ਜਦੋਂ ਉਹ ਸਾਰਾ ਕੁਛ ਜਾਣੀ ਲਗਭਗ 20ਵੀਂ ਸਦੀ ਦੇ ਸ਼ੁਰੂ 'ਚ ਵਰਤ ਰਿਹਾ, ਤੇ ਉਹ ਤੋਂ 70-80 ਸਾਲ ਬਾਅਦ ਅਸੀਂ ਪੰਜਾਬ 'ਚ ਸੈਂਟਰ ਅੱਗੇ ਮੰਗ ਕਰਦੇ ਆ ਵੀ ਸਾਨੂੰ ਵੱਖਰਾ ਜਿਹੜਾ ਪੰਜਾਬ ਆ ਭਾਸ਼ਾ ਦੇ ਆਧਾਰ ਤੇ ਕਰੋ, ਇਹਨੂੰ ਬਣਾਓ। ਅਗਲੇ ਕਿਉਂ ਨਾ ਵਿਵਾਦਤ ਜਿਹੜੇ ਮੁੱਦੇ ਆ ਉਹਨਾਂ ਨੂੰ ਇਦਾਂ ਛੱਡਦੇ, ਕਿਉਂ ਨਾ ਉਹ ਇਦਾਂ ਦੇ ਹਾਲਾਤ ਪੈਦਾ ਕਰਦੇ ਪਏ ਪੰਜਾਬ ਤਾਂ ਹਰਿਆਣਾ ਆਪਸ ਵਿੱਚ ਹੀ ਉਲਝਦੇ ਰਹਿਣ? ਕਰੂਗੇ ਉਹ ਤਾਂ, ਜਦੋਂ ਉਹਨੂੰ ਪਤਾ ਪਿਆ ਉਹ ਤਜਰਬਾ ਉੱਥੇ ਸਫਲ ਹੋਇਆ ਆ। ਹੁਣ ਉਹਦੇ ਲਈ ਜੇ ਅਸੀਂ ਸੰਸਾਰ ਦੀ ਪੋਲਿਟਿਕਸ ਨੂੰ ਦੇਖੀਏ, ਉਹਦੇ ਉੱਤੇ ਸਦੀਆਂ ਤੋਂ ਲੈ ਕੇ ਅਰਸਤੂ ਦੇ ਟਾਈਮ ਤੋਂ ਲੈ ਕੇ ਕਿੰਨਾ ਕੁਛ ਇਹਦੇ ਬਾਰੇ ਕਿਹਾ ਗਿਆ ਆ। ਚਾਹੇ ਜਿੰਨਾ ਰਾਸ਼ਟਰੀ ਢਾਂਚਾ ਆ, ਚਾਹੇ ਡੈਮੋਕ੍ਰੇਸੀ ਦੀ ਗੱਲ ਆ, ਰਾਜਾਸ਼ਾਹੀ ਦੀ ਗੱਲ ਆ, ਸਮਾਜਵਾਦ ਦੀ ਗੱਲ ਆ, ਉਹਦੇ ਨਫੇ ਨੁਕਸਾਨ ਜਿਨ ਵੀ ਲੈਨਨ ਨੇ ਜੋ ਰਸ਼ੀਆ ਦੇ ਵਿੱਚ ਜਾ ਕੇ 20-25 ਸਾਲ ਉਹਦਾ ਰੌਲਾ ਪਿਆ, ਕਿੱਥੇ ਕਿੰਨੇ ਉਹਦੇ ਉੱਤੇ ਕਲੰਕ ਲੱਗੇ ਆ, ਕੀ ਕੁਛ ਹੋਇਆ ਆ, ਕਿੰਨਾ ਨੁਕਸਾਨ ਹੋਇਆ। ਉਧਰੋਂ ਸੰਸਾਰ ਜੰਗ ਲੱਗੀ ਹੋਆ, ਰਸ਼ੀਆ ਦੀ ਆਪਣੀ ਰੈਵੋਲੂਸ਼ਨ ਜਿਹੜੀ ਆਈ ਆ ਉਹ 'ਚ ਕਿੰਨੇ ਜਾਣੀ ਲੱਖਾਂ ਲੋਕ, ਕਰੋੜਾਂ ਲੋਕ ਉੱਥੇ ਮਰੇ ਆ। ਕਿੰਨੀ ਇਕਨੋਮੀ ਉਜੜੀ ਆ। ਉਹ ਸਾਡੇ ਆਗੂਆਂ ਦੇ ਸਾਹਮਣੇ ਨਹੀਂ ਸੀ। ਸਾਨੂੰ ਇਤਰਾਜ਼ ਕਰਨ ਲੱਗਿਆ ਖਿਆਲ ਨਹੀਂ ਸੀ ਰੱਖਣਾ ਚਾਹੀਦਾ ਕਿ ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਜਿਹੜਾ ਆਪ ਇੰਨੇ ਥੋੜੇ ਸਾਲਾਂ ਵਿੱਚ ਏਡੀ ਵੱਡੀ ਪਾਵਰ ਬਣ ਗਿਆ, ਅਮਰੀਕਾ, ਰਸ਼ੀਆ, ਇੰਗਲੈਂਡ, ਫਰਾਂਸ, ਜਰਮਨੀ, ਉਹਨਾਂ ਦੇ ਸਾਹਮਣੇ ਏਦਾਂ ਆਪਣਾ ਲੋਹਾ ਜਮਾ ਰਿਹਾ ਹੈ। ਜਾਣੀ ਕਿੰਨੇ ਕੁ ਮੁਲਕ ਆ ਜਿਨ੍ਹਾਂ ਨੇ ਦੂਜੀ ਸੰਸਾਰ ਜੰਗ ਤੋਂ ਬਾਅਦ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਟੰਗ ਅੜਾ ਕੇ ਉਹਦੇ 2 ਟੁੱਟੇ ਕਰਾਉਣ ਦੇ ਵਿੱਚ ਏਦਾਂ ਮਦਦ ਕੀਤੀ ਹੋਈ, ਸਿੱਧੇ ਤੌਰ ਤੇ ਇੰਡੀਆ ਨੇ ਕੀਤੀ ਹੈ।